ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਜ ਪ੍ਰਕਾਸ਼ ਗ੍ਰੰਥ ਦੇ ਉੱਤੇ ਸਾਡੀ ਵਿਚਾਰ ਲੜੀ ਚੱਲ ਰਹੀ ਹੈ। ਇਸ ਗ੍ਰੰਥ ਉੱਤੇ ਵਿਚਾਰ ਅਸੀਂ ਕਿਉਂ ਕਰ ਰਹੇ ਹਾਂ? ਕਿਉਂਕਿ ਸਿੱਖ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਵਿੱਚ ਅਗਰ ਸਭ ਤੋਂ ਜ਼ਿਆਦਾ ਕੋਈ ਗ੍ਰੰਥ ਪੜ੍ਹਿਆ ਜਾਂਦਾ ਹੈ ਤਾਂ ਉਹ ਸੂਰਜ ਪ੍ਰਕਾਸ਼ ਗ੍ਰੰਥ ਹੈ। ਇਸ ਗ੍ਰੰਥ ਦੀ ਹਰ ਰੋਜ਼ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ ਕਥਾ ਹੁੰਦੀ ਹੈ। ਟੈਲੀਵਿਜ਼ਨ ਉੱਤੇ ਜਾਂ ਕੋਈ ਵੀ ਕੀਰਤਨ ਦਰਬਾਰ, ਕਥਾ ਦਰਬਾਰ, ਕੋਈ ਵੀ ਪ੍ਰੋਗਰਾਮ ਗੁਰਮਤਿ ਦਾ ਹੋਵੇ, ਉੱਥੇ ਹਰ ਜਗ੍ਹਾ ਸੂਰਜ ਪ੍ਰਕਾਸ਼ ਗ੍ਰੰਥ ਪ੍ਰਧਾਨ ਹੁੰਦਾ ਹੈ। ਔਰ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਜਿੰਨੇ ਵੀ ਪੰਥ ਦੇ ਮਹਾਨ ਕੀਰਤਨੀਏ ਕਥਾਵਾਚਕ ਕਹਾਉਂਦੇ ਨੇ, ਇਸ ਵੇਲੇ ਸਥਾਪਿਤ ਜੋ ਸਿੱਖ ਧਰਮ ਵਿੱਚ ਪ੍ਰਚਾਰਕ ਨੇ, ਉਹ ਸਾਰੇ ਦੇ ਸਾਰੇ ਤਕਰੀਬਨ ਇਸ ਗ੍ਰੰਥ ਦੀ ਬਹੁਤ ਪ੍ਰੋੜਤਾ ਕਰਦੇ ਨੇ। ਕੁਛ ਤਾਂ 100% ਇਸ ਗ੍ਰੰਥ ਨੂੰ ਬਿਲਕੁਲ ਗੁਰਮਤਿ ਅਨੁਸਾਰੀ ਦੱਸਦੇ ਹਨ, ਅਤੇ ਕੁਛ ਜਿਹੜੇ ਅਗਾਂਹ ਵਧੂ ਨੇ ਉਹ ਕਹਿੰਦੇ ਨੇ ਵੀ ਕੁਛ ਖਰਾਬ ਗੱਲਾਂ ਵੀ ਹਨ। ਵੈਸੇ ਇਹ ਗ੍ਰੰਥ ਸਾਡਾ ਇਤਿਹਾਸ ਦਾ ਸੋਮਾ ਹੈ। ਇਹ ਗ੍ਰੰਥ ਬਹੁਤ ਲਾਹੇਵੰਦ ਹੈ, ਅਤੇ ਕਹਿਣ ਤੋਂ ਭਾਵ ਸਾਰੇ ਦੇ ਸਾਰੇ ਸਾਡੇ ਪ੍ਰਚਾਰਕ ਇਸ ਗ੍ਰੰਥ ਦੇ ਹੱਕ ਵਿੱਚ ਖੜੇ ਹੁੰਦੇ ਆ। ਅਸੀਂ ਜੋ ਇਹ ਬੀੜਾ ਚੁੱਕਿਆ ਹੈ ਇਸ ਗ੍ਰੰਥ ਦੇ ਬਾਰੇ ਸੰਗਤ ਨੂੰ ਸਪਸ਼ਟ ਕਰਨਾ ਕਿ ਭਾਈ ਇਹ ਸਾਨੂੰ ਭੁਲੇਖਾ ਪਾਇਆ ਗਿਆ ਹੈ ਕਿ ਇਹ ਗ੍ਰੰਥ ਬਹੁਤ ਚੰਗਾ ਹੈ, ਲਾਹੇਵੰਦ ਹੈ, ਸਾਡਾ ਇਤਿਹਾਸ ਦਾ ਸੋਮਾ ਹੈ। ਪਰ ਇਹ ਗ੍ਰੰਥ ਤੇ ਐਸੀ ਜ਼ਹਿਰ ਸਾਡੇ ਸਿਸਟਮ ਵਿੱਚ ਗੁਰਮਤਿ ਦੇ ਮਾਰਗ 'ਤੇ ਚੱਲਣ ਵਾਲਿਆਂ ਦੇ ਜੀਵਨ ਵਿੱਚ ਘੋਲਦਾ ਹੈ ਕਿ ਅਸੀਂ ਜਿਉਂਦੇ ਹੀ ਨਹੀਂ ਰਹਿ ਸਕਦੇ। ਜੇ ਇਹ ਗ੍ਰੰਥ ਸਿੱਖ ਧਰਮ ਵਿੱਚ ਇਵੇਂ ਸਥਾਪਿਤ ਰਿਹਾ ਅਤੇ ਸਿੱਖੀ ਸਾਹ ਸਤਹੀਣ ਹੋਈ ਪਈ ਹੈ, ਸਿੱਖੀ ਖਤਮ ਹੋਣ ਦੇ ਕਿਨਾਰੇ 'ਤੇ ਪਹੁੰਚ ਜਾਏਗੀ। ਕਿਉਂਕਿ ਇਹਦੇ ਵਿੱਚ ਗੁਰੂ ਸਾਹਿਬਾਨ ਦੀ ਬਹੁਤ ਵਡਿਆਈ ਕੀਤੀ ਆ, ਕੋਈ ਸ਼ੱਕ ਨਹੀਂ, ਪਰ ਉਹ ਸਾਰੀ ਵਡਿਆਈ ਦਾ ਜਿਹੜਾ ਕਰਨ ਦਾ ਕਾਰਨ ਇੱਕੋ ਹੀ ਇੱਕ ਹੈ ਕਿ ਇਸ ਲਿਖਾਰੀ ਨੇ ਸਾਨੂੰ ਜ਼ਹਿਰ ਦੇਣਾ, ਸਾਨੂੰ ਮਨਮਤ ਪਰੋਸ ਕੇ ਦੇਣੀ ਹੈ। ਸਾਰੇ ਹਰਵੇ, ਸਾਰੇ ਤਰੀਕੇ ਇਸ ਲਿਖਾਰੀ ਨੇ ਵਰਤੇ ਨੇ। ਜਦੋਂ ਇਸ ਲਿਖਾਰੀ ਤੋਂ ਕੋਈ ਕੰਮ ਦਾ ਸਵਾਲ ਪੁੱਛ ਲਿਆ ਜਾਵੇ ਤਾਂ ਇਹ ਉਸ ਦਾ ਉੱਤਰ ਨਾ ਦੇ ਕੇ ਸਗੋਂ ਗੁਰੂ ਸਾਹਿਬਾਨ ਦੀ ਉਸਤਤ ਕਰਨੀ ਸ਼ੁਰੂ ਕਰ ਦਿੰਦਾ ਹੈ। ਸਵਾਲ ਇਹ ਪੁੱਛਿਆ ਗਿਆ ਜਿਹੜਾ ਅੱਜ ਸਾਡਾ ਪ੍ਰਸੰਗ ਹੈ, ਇਹਦੇ ਵਿੱਚ ਇਹ ਜਿਹੜਾ ਲਿਖਾਰੀ ਕਵੀ ਸੰਤੋਖ ਸਿੰਘ ਹੈ, ਇਹ ਆਪ ਹੀ ਕਹਿ ਰਿਹਾ ਕਿ ਸੰਗਤਾਂ ਨੇ, ਕਿਉਂਕਿ ਇੱਕ ਗੱਲ ਦੱਸ ਦਈਏ ਕਿ ਇਹ ਲਿਖਾਰੀ ਇਤਨੀ ਮਨਮਤ ਇਸ ਵਿੱਚ ਪਰੋਸਣ ਵਿੱਚ ਕਿਵੇਂ ਕਾਮਯਾਬ ਰਿਹਾ? ਕਿਉਂਕਿ ਇਸਨੇ ਇੱਕ ਟੈਕਨੀਕ ਵਰਤੀ ਕਿ ਜਿੰਨਾ ਲਿਖਦਾ ਸੀ ਓਨੇ ਦਾ ਇਹ ਪ੍ਰਚਾਰ ਸੰਗਤ ਵਿੱਚ ਕਰਦਾ ਸੀ। ਜਦੋਂ ਉਹਨੇ ਦੇਖਿਆ ਵੀ ਇਹ ਤਾਂ ਜੋ ਮਰਜ਼ੀ ਬੋਲੀ ਜਾਓ, ਸੰਗਤਾਂ ਕੁਝ ਕਹਿੰਦੀਆਂ ਹੀ ਨਹੀਂ, ਤਾਂ ਉਹ ਹੋਰ ਉਹਦੇ ਵਿੱਚ ਮਨਮਤ ਪਰੋਸਦਾ ਗਿਆ, ਹੋਰ ਮਨਮਤ ਪਰੋਸਦਾ ਗਿਆ। ਜਦੋਂ ਫਿਰ ਵੀ ਸੰਗਤ ਨੇ ਕੋਈ ਵਿਰੋਧ ਨਾ ਕੀਤਾ ਤਾਂ ਇਸ ਨੇ ਪੂਰੀ ਦਿਲ ਖੋਲ੍ਹ ਕੇ ਸਾਰੀ ਮਨਮਤ ਇਸ ਗ੍ਰੰਥ ਵਿੱਚ ਪਰੋਸ ਕੇ ਰੱਖ ਦਿੱਤੀ। ਫਿਰ ਇਸ ਨੂੰ ਕੋਈ ਸ਼ੰਕਾ ਆਪਣੇ ਆ ਮਨ ਵਿੱਚ, ਕੋਈ ਝੂਠੇ ਨੂੰ ਆਪਣਾ, ਚੋਰ ਨੂੰ ਆਪਣਾ ਪਾਲਾ ਹੁੰਦਾ ਹੈ ਕਿ ਅੱਜ ਠੀਕ ਹੈ ਸੰਗਤਾਂ ਜਾਗਰੂਕ ਨਹੀਂ ਹਨ, ਕੱਲ੍ਹ ਨੂੰ ਜਾਗਰੂਕ ਹੋ ਗਈਆਂ ਅਤੇ ਬਹੁਤ ਸਾਰੇ ਸਵਾਲ ਉੱਠਣੇ ਨੇ। ਸਵਾਲ ਇਹ ਹੈ, ਹੁਣ ਮੈਂ ਉਹ ਲਿਖਾਰੀ ਆਪ ਹੀ ਸਵਾਲ ਕਰਦਾ ਹੈ। ਸਵਾਲ ਇਹ ਕੀਤਾ ਉਸਨੇ ਕਿ ਸੰਗਤਾਂ ਮੈਨੂੰ ਪੁੱਛਣ ਲੱਗੀਆਂ ਕਿ ਭਾਈ ਸਾਹਿਬ ਜੀ, ਜਿਹੜੀ ਕਥਾ ਤੁਸੀਂ ਸੁਣਾ ਰਹੇ ਹੋ ਇਹ ਕਥਾ ਹੋਰ ਹੈ, ਜਿਹੜੀ ਕਥਾ ਅਸੀਂ ਹੋਰ ਗ੍ਰੰਥਾਂ ਵਿੱਚ ਪੜ੍ਹਦੇ ਹਾਂ ਉਹ ਕਥਾ ਹੋਰ ਹੈ, ਇਹਦੇ ਵਿੱਚ ਫਰਕ ਕਿਉਂ ਹੈ? ਤਾਂ ਫਿਰ ਇੱਕ ਪੂਰਾ ਚੈਪਟਰ ਇਸ ਕਵੀ ਨੇ ਲਿਖਿਆ ਹੈ ਜੋ ਸ਼੍ਰੀ ਨਾਨਕ ਪ੍ਰਕਾਸ਼
ग्रंथ, क्योंकि ये जिहड़ा कवि संतोख ने, सूरज प्रकाश कवि संतोख सिंह ने लिखिया है, उसनूं डॉक्टर अजीत सिंह औलख ने ਉਹਦੇ अर्थ ਕੀਤੇ ਨੇ ਤੇ 11 ਭਾਗਾਂ ਵਿੱਚ ਉਸ ਪੂਰੇ ਗ੍ਰੰਥ ਨੂੰ ਵੰਡਿਆ। ਤੇ ਉਹ ਡਾਕਟਰ ਅਜੀਤ ਸਿੰਘ ਔਲਖ ਦੇ ਕੀਤੇ ਅਰਥਾਂ ਵਾਲੇ ਕਿਤਾਬ ਵਿੱਚੋਂ ਪਹਿਲਾ ਭਾਗ ਜਿਹੜਾ ਹੈ ਉਸ ਦੇ ਪੰਨਾ ਨੰਬਰ 416 ਉੱਤੇ ਇਹ ਕਵੀ ਜਿਹੜਾ ਹੈ ਉਹ ਦੱਸਦਾ ਹੈ, ਇੱਕ ਅਧਿਆਇ ਲਿਖਦਾ ਹੈ, 37ਵਾਂ ਅਧਿਆਇ। ਉਹ ਕੀ ਹੈ? ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਕਿਹਨਾਂ ਪੁਸਤਕਾਂ 'ਤੇ ਬਣਿਆ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਕਿਹਨਾਂ ਪੁਸਤਕਾਂ ਤੋਂ ਬਣਿਆ, ਭਾਵ ਜਿਹੜਾ ਮੈਂ ਗ੍ਰੰਥ ਲਿਖ ਰਿਹਾ ਹਾਂ ਇਸ ਗ੍ਰੰਥ ਦਾ ਆਧਾਰ ਕਿਹੜੀਆਂ ਪੁਸਤਕਾਂ ਹਨ। ਤਾਂ ਇਹ ਸ਼ੁਰੂ ਕੀ ਕਰਦਾ ਹੈ ਕਿ ਇਸ ਗ੍ਰੰਥ ਦਾ ਆਧਾਰ ਹੈ ਬਾਲੇ ਵਾਲੀ ਜਨਮ ਸਾਖੀ। ਬਾਲੇ ਵਾਲੀ ਜਨਮ ਸਾਖੀ ਇਸਨੇ ਜੋ ਪਹਿਲੇ ਗੁਰੂ ਨਾਨਕ ਪਾਤਸ਼ਾਹ ਦਾ ਜਿਤਨਾ ਇਤਿਹਾਸ ਲਿਖਿਆ ਉਹਦੇ ਵਿੱਚ ਬਾਲੇ ਵਾਲੀ ਜਨਮ ਸਾਖੀ ਨੂੰ ਇਸਨੇ ਆਪਣਾ ਆਧਾਰ ਬਣਾਇਆ ਹੈ। ਇਹ ਜੁਦੀ ਗੱਲ ਹੈ, ਅਲੱਗ ਆਪਾਂ ਵਿਚਾਰ ਕਰਾਂਗੇ ਕਿਸੇ ਦਿਨ ਕਿ ਬਾਲੇ ਨਾਂ ਦਾ ਕੋਈ ਸ਼ਖਸ ਹੋਇਆ ਹੀ ਨਹੀਂ ਜਿਹੜਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਉਹਨਾਂ ਨਾਲ ਰਿਹਾ ਹੋਵੇ, ਕਿਉਂਕਿ ਖੋਜੀ ਵਿਦਵਾਨਾਂ ਨੇ ਇੱਥੋਂ ਤੱਕ ਭਾਈ ਗੁਰਦਾਸ ਜੀ ਨੇ ਵੀ ਇਹੀ ਕਿਹਾ, ਇੱਕ ਬਾਬਾ ਅਕਾਲ ਰੂਪ ਦੂਜਾ ਰਵਾਬੀ ਮਰਦਾਨਾ। ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਨੇ ਬੜੀ ਡਿਟੇਲ ਦੇ ਵਿੱਚ ਇਹਦੇ 'ਤੇ ਖੋਜ ਕਰਕੇ ਕੱਤਕ ਕੇ ਵਿਸਾਖ ਇੱਕ ਪੁਸਤਕ ਲਿਖੀ ਹੈ। ਉਹਦੇ ਵਿੱਚ ਸਿੱਧ ਕੀਤਾ ਹੈ ਕਿ ਬਾਲੇ ਨਾਂ ਦਾ ਕੋਈ ਬੰਦਾ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਉਹਨਾਂ ਦੇ ਨਾਲ ਹੈ ਨਹੀਂ ਸੀ, ਕੋਈ ਬਾਲਾ ਨਹੀਂ ਸੀ। ਖੈਰ ਅਸੀਂ ਸਾਰੇ ਵਿਚਾਰ ਕਰ ਰਹੇ ਹਾਂ, ਮੰਨ ਲੈਂਦੇ ਹਾਂ, ਜਿੱਦਾਂ ਆਪਾਂ ਮੈਥਮੈਟਿਕਸ ਦਾ ਕੋਈ ਸਵਾਲ ਕੱਢਦੇ ਹਾਂ ਤਾਂ ਸਪੋਜ਼ ਕਰਦੇ, ਮੰਨ ਲੈਂਦੇ ਕਿ ਬਾਲਾ ਸੀਗਾ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ। ਇਹਦੇ ਸਾਰੇ ਕੁਝ ਲਿਖੇ ਦੇ ਅਨੁਸਾਰ ਗੁਰੂ ਨਾਨਕ ਪਾਤਸ਼ਾਹ ਦਾ ਜੋ ਜੀਵਨ ਕਾਲ ਹੈ ਉਹ 1469 ਤੋਂ ਲੈ ਕੇ 1539 ਈਸਵੀ ਤੱਕ, ਔਰ ਇਸ ਗ੍ਰੰਥ ਦਾ ਜੋ ਲਿਖਤ ਦਾ ਸਮਾਂ ਹੈ ਉਹ ਹੈ ਸਨ 1800 ਤੇ 22 23 ਜਾਂ 25 ਈਸਵੀ। ਭਾਵ ਗੁਰੂ ਨਾਨਕ ਪਾਤਸ਼ਾਹ ਤੋਂ ਕੋਈ 350 ਸਾਲ ਬਾਅਦ ਇਹ ਗ੍ਰੰਥ ਕਵੀ ਨੇ ਲਿਖਿਆ। 350 ਸਾਲ ਬਾਅਦ ਸਾਰੀਆਂ ਘਟਨਾਵਾਂ ਜਿਹੜੀਆਂ ਗੁਰੂ ਨਾਨਕ ਪਾਤਸ਼ਾਹ ਬਾਰੇ ਲਿਖੀਆਂ। ਭਾਵ ਇਹ ਕਵੀ ਸਮਕਾਲੀ ਇਤਿਹਾਸਕਾਰ ਨਹੀਂ ਹੈ। ਇਤਿਹਾਸ ਲਿਖਣ ਦੇ ਦੋ ਹੀ ਤਰੀਕੇ ਨੇ, ਇੱਕ ਹੈ ਕਿ ਸਮਕਾਲੀ ਕੋਈ ਬੰਦਾ ਉਸ ਸਮੇਂ ਦਾ ਇਤਿਹਾਸ ਲਿਖਦਾ, ਉਹ ਕਹਿ ਸਕਦਾ ਹੈ ਕਿ ਮੈਂ ਉਸ ਵੇਲੇ ਜਿਉਂਦਾ ਸੀ, ਮੇਰੇ ਸਾਹਮਣੇ ਸਭ ਕੁਝ ਵਾਪਰਿਆ। ਜਾਂ ਦੂਸਰਾ ਤਰੀਕਾ ਹੁੰਦਾ ਹੈ ਕਿਸੇ ਸਮਕਾਲੀ ਇਤਿਹਾਸਕਾਰ ਦੇ ਇਤਿਹਾਸ ਨੂੰ ਆਧਾਰ ਮੰਨ ਕੇ ਅੱਗੋਂ ਉਹ ਇਤਿਹਾਸ ਲਿਖਿਆ ਜਾਂਦਾ। ਪਹਿਲੀ ਗੱਲ, ਇਹ ਸਮਕਾਲੀ ਇਤਿਹਾਸਕਾਰ ਨਹੀਂ ਹੈ। ਕਵੀ ਸੰਤੋਖ ਸਿੰਘ ਪੈਦਾ ਹੀ ਸਨ 1788 ਈਸਵੀ ਨੂੰ ਹੋਇਆ, ਜਦੋਂ ਕਿ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾ ਗਏ ਹਨ ਸਨ 1539 ਨੂੰ। ਇਹ ਗਿਣਤੀ ਕਰ ਲੈਣਾ ਕਿੰਨੇ ਸਾਲ ਬਾਅਦ ਇਹ ਬੰਦਾ ਪੈਦਾ ਹੋਇਆ, ਫਿਰ 20-25-30 ਸਾਲ ਦਾ ਹੋਇਆ ਤਾਂ ਇਸਨੇ ਇਹ ਗ੍ਰੰਥ ਲਿਖਿਆ। ਅਤੇ ਇਹਦੀ ਆਪਣੀ ਲਿਖਤ ਹੈ ਕਿ ਇਸ ਦਾ ਸਾਰਾ ਆਧਾਰ ਬਾਲੇ ਵਾਲੀ ਜਨਮ ਸਾਖੀ ਹੈ, ਜਿਹੜੀ ਕਿ ਕਾਲਪਨਿਕ ਹੈ, ਜਿਹੜੀ ਕਿ ਮੰਨ ਲਈ ਗਈ ਹੈ, ਪਰ ਕੋਈ ਬਾਲਾ ਹੋਇਆ ਹੀ ਨਹੀਂ ਅਤੇ ਨਾ ਉਸਨੇ ਕੋਈ ਸਾਖੀ ਲਿਖੀ। ਪਰ ਉਸ ਵਿੱਚ ਵੀ ਮੰਨ ਲਓ ਕਿਸੇ ਨੇ ਲਿਖੀ ਹੈ, ਅਸੀਂ ਇਹਦੇ ਇਤਿਹਾਸ ਨੂੰ ਸਹੀ ਜਾਂ ਗਲਤ ਦੇਖਣ ਲਈ ਉਸ ਬਾਲੇ ਵਾਲੀ ਜਨਮ ਸਾਖੀ ਨੂੰ ਅਸੀਂ ਪੜ੍ਹ ਸਕਦੇ ਸੀ, ਉਹਦੇ ਨਾਲ ਮਿਲਾ ਸਕਦੇ ਸੀ। ਪਰ ਉਹ ਵੀ ਇਹ ਜੋ ਅੱਜ ਅਸੀਂ ਵਿਚਾਰ ਕਰਨੀ ਹੈ, ਇਸ ਵਿਚਾਰ ਵਿੱਚ ਕਵੀ ਦੱਸ ਰਿਹਾ ਕਿ ਉਹ ਸਾਖੀ ਵੀ ਹੁਣ ਦੁਨੀਆ ਵਿੱਚ ਨਹੀਂ ਹੈ। ਭਾਵ ਜੋ ਕਵੀ ਸੰਤੋਖ ਸਿੰਘ ਨੇ ਲਿਖ ਦਿੱਤਾ
ਤੁਹਾਨੂੰ ਉਸ ਨੂੰ ਸੱਚ ਮੰਨਣਾ ਹੀ ਹੈ। ਤੁਸੀਂ ਵੈਰੀਫਾਈ ਨਹੀਂ ਕਰ ਸਕਦੇ, ਤੁਸੀਂ ਔਰ ਸੱਚ ਝੂਠ ਦੀ ਪਰਖ ਨਹੀਂ ਕਰ ਸਕਦੇ, ਕਿਉਂਕਿ ਕੋਈ ਕਿਤਾਬ, ਕੋਈ ਸਾਖੀ ਹੈ ਹੀ ਨਹੀਂ ਜਿਸ ਤੋਂ ਇਹ ਪਤਾ ਕੀਤਾ ਜਾ ਸਕੇ ਕਿ ਜੋ ਹੈ ਇਹ ਸੱਚ ਹੈ ਜਾਂ ਝੂਠ ਹੈ। ਉਸ ਦੇ ਬਾਰੇ ਕੀ ਲਿਖਦਾ ਹੈ? ਪਹਿਲਾਂ ਤਾਂ ਇਹ ਸੰਗਤਾਂ ਨੂੰ ਇਹ ਦੱਸਦਾ ਹੈ ਕਿ ਗੱਲ ਇਸ ਤਰ੍ਹਾਂ ਹੈ, ਜਿਹੜਾ ਹੁਣ ਇਤਿਹਾਸ ਅਲੱਗ-ਅਲੱਗ ਕਿਉਂ ਲਿਖਿਆ ਗਿਆ ਹੈ, ਕਿਉਂਕਿ ਬਾਲੇ ਵਾਲੀ ਅਸਲੀ ਜਨਮ ਸਾਖੀ ਹੈ ਉਹ ਨਸ਼ਟ ਕਰ ਦਿੱਤੀ ਗਈ ਸੀ। ਉਸ ਦੀ ਭੂਮਿਕਾ ਕੀ ਬਣਦਾ ਹੈ, ਉਸ ਦਾ ਆਧਾਰ ਕੀ ਬਣਾਉਂਦਾ ਹੈ? ਆਧਾਰ ਇਹ ਬਣਾਉਂਦਾ ਹੈ, ਆਓ ਇੱਕ ਹੰਦਾਲ ਨਾਮੀ ਸਿੱਖ ਦਾ ਰਾਹੂ ਰੂਪੀ ਪੁੱਤਰ ਸੀ, ਜਿਸ ਨੇ ਗੁਰੂ ਸਾਹਿਬ ਦੇ ਉਲਟ ਗ੍ਰੰਥ ਬਣਾਇਆ। ਭਾਵ ਗੁਰੂ ਨਾਨਕ ਜੀ ਨੇ ਉਹਦੇ ਉਲਟ ਗ੍ਰੰਥ ਬਣਾਇਆ। ਭਾਵ ਜਿਹੜਾ ਗ੍ਰੰਥ ਗੁਰੂ ਅੰਗਦ ਦੇਵ ਜੀ ਨੇ ਲਿਖਾਇਆ ਸੀ, ਇਹਦੇ ਲਿਖੇ ਅਨੁਸਾਰ ਉਸ ਵਿੱਚ ਮਿਲਾਵਟ ਕਰ ਦਿੱਤੀ। ਅੱਗੇ ਇਹ ਕਵੀ ਲਿਖਦਾ ਹੈ ਕਿ ਮਿਲਾਵਟ ਕਿਉਂ ਕੀਤੀ? ਹੰਦਾਲ ਨਾਂ ਦਾ ਲਿਖ ਦਿੱਤਾ ਸਿੱਖ, ਇਹ ਚੌਥੇ ਪਾਤਸ਼ਾਹ ਦੇ ਟਾਈਮ ਹੋਇਆ ਸੀ, ਤੇ ਇਹ ਚੌਥੇ ਪਾਤਸ਼ਾਹ ਦੇ ਟਾਈਮ ਸਿੱਖ ਹੋਇਆ ਸੀ। ਉਸ ਦਾ ਪੁੱਤਰ ਸੀ ਰਾਹੂ, ਉਸਨੇ ਸਾਰੀ ਮਿਲਾਵਟ ਕੀਤੀ ਹੈ। ਅੱਗੇ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਪਹਿਲੀ ਜਨਮ ਸਾਖੀ ਲਿਖੀ ਗਈ ਸੀ ਉਹ ਭਾਈ ਬਾਲੇ ਦੇ ਮੁਖੋਂ ਪ੍ਰਗਟ ਹੋਈ ਸੀ ਅਤੇ ਗੁਰੂ ਅੰਗਦ ਦੇਵ ਜੀ ਨੇ ਲਿਖਵਾਈ ਸੀ। ਇਹ ਪਹਿਲੀ ਸਾਖੀ ਬਾਰੇ ਲਿਖ ਦਿੱਤਾ। ਤੇ ਉਦੋਂ ਅੱਗੇ ਕੀ ਕਹਿੰਦਾ ਹੈ ਕਿ ਉਦੋਂ ਅੱਗੇ ਇਹ ਕਹਿੰਦੇ ਆ ਕਵੀ ਸੰਤੋਖ ਸਿੰਘ, ਗੁਰੂ ਅਮਰਦਾਸ ਜੀ ਦੇ ਬਾਅਦ ਗੁਰੂ ਰਾਮਦਾਸ ਜੀ ਸੰਸਾਰ ਵਿੱਚ ਪ੍ਰਗਟ ਹੋਏ। ਉਹਨਾਂ ਦੀ ਹਜ਼ੂਰੀ ਵਿੱਚ ਇੱਕ ਹਿੰਦਾਲ ਨਾਮ ਦਾ ਸਿੱਖ ਰਹਿੰਦਾ ਸੀ। ਉਹਨਾਂ ਉੱਤੇ ਗੁਰੂ ਜੀ ਦੀ ਬਹੁਤ ਕਿਰਪਾ ਸੀ। ਇਹ ਕਹਾਣੀ ਲਿਖ ਰਿਹਾ ਕਿ ਗੁਰੂ ਰਾਮਦਾਸ ਜੀ ਦੇ ਟਾਈਮ ਹਿੰਦਾਲ ਨਾਮੀ ਇੱਕ ਸਿੱਖ ਸੀ, ਉਹ ਗੁਰੂ ਘਰ ਵਿੱਚ ਸੇਵਾ ਕਰਦਾ ਸੀ। ਉਹ ਲੰਗਰ ਦੀ ਸੇਵਾ ਕਰਿਆ ਕਰਦਾ ਸੀ। ਇੱਕ ਦਿਨ ਗੁਰੂ ਰਾਮਦਾਸ ਜੀ ਲੰਗਰ ਵਿੱਚ ਆਏ ਤਾਂ ਹਿੰਦਾਲ ਉਸ ਵੇਲੇ ਆਟਾ ਗੁੰਨ ਰਿਹਾ ਸੀ। ਜਦੋਂ ਅਚਾਨਕ ਉਹ ਉੱਠਿਆ ਤਾਂ ਉਸਨੇ ਗੁਰੂ ਸਾਹਿਬ ਨੂੰ ਨਮਸਕਾਰ ਕਰਨਾ ਸੀ। ਆਟੇ ਨਾਲ ਹੱਥ ਲਿਬੜੇ ਹੋਏ ਸੀ, ਇਸ ਲਈ ਹੱਥ ਪਿੱਛੇ ਕਰਕੇ ਉਸਨੇ ਨਮਸਕਾਰ ਕੀਤਾ। ਗੁਰੂ ਨੇ ਉਸ ਨੂੰ ਬਖਸ਼ਾਂ ਦੇ ਦਿੱਤੀਆਂ। ਗੁਰੂ ਉਹਨਾਂ 'ਤੇ ਬਹੁਤ ਖੁਸ਼ ਹੋਏ। ਅਤੇ ਇਹ ਵੀ ਲਿਖਿਆ ਵੀ ਅੱਗੇ ਹੁਣ ਹਿੰਦਾਲ ਦੀ ਜਿਹੜੀ ਵੰਸ਼ ਅੱਗੋਂ ਹੈ, ਹਿੰਦਾਲੀਏ ਉਹ ਪਿੱਠ ਪਿੱਛੇ ਹੱਥ ਰੱਖ ਕੇ ਹੀ ਨਮਸਕਾਰ ਕਰਦੇ ਨੇ। ਭੂਮਿਕਾ ਇਹ ਬਣਾਈ ਕਿ ਜਿਹੜੀ ਅਸਲੀ ਜਨਮ ਸਾਖੀ ਸੀ ਉਹ ਰਾਹੂ ਨਾਮੀ ਜਿਹੜਾ ਪੁੱਤਰ ਸੀ ਹਿੰਦਾਲ ਦਾ, ਉਸ ਨੇ ਉਸ ਵਿੱਚ ਮਿਲਾਵਟ ਕੀਤੀ। ਮਿਲਾਵਟ ਕਰਕੇ ਕੀ ਕੀਤਾ? ਉਸ ਨੇ ਆਪਣੇ ਜੋ ਪਿਤਾ ਹਿੰਦਾਲ ਦੀ ਉਸਤਤ ਲਿਖੀ। ਅੱਗੇ ਇਹ ਬਹੁਤ ਹੀ ਟੇਢੇ ਢੰਗ ਨਾਲ ਗੱਲ ਕੀ ਹੈ ਕਿ ਇਸ ਨੇ ਐਕਚੁਅਲੀ ਸਿਸਟਮ ਨੂੰ ਕਨਫਿਊਜ਼ ਕਰਨਾ। ਅੱਗੇ ਕੀ ਲਿਖਦੇ ਨੇ? ਸ਼੍ਰੀ ਗੁਰੂ ਅੰਗਦ ਦੇਵ ਜੀ ਜੋ ਇਤਿਹਾਸ ਲਿਖਵਾਇਆ ਸੀ ਉਸ ਦੇ ਹੋਰ ਬਹੁਤ ਸਾਰੇ ਉਤਾਰੇ ਨਾ ਹੋਏ। ਹਰ ਗੱਲ ਨੂੰ ਪੱਕਾ ਕਰ ਰਿਹਾ ਕਿ ਬਾਲੇ ਨੇ ਜਿਹੜੀ ਜਨਮ ਸਾਖੀ ਲਿਖਵਾਈ ਸੀ ਉਹ ਇੱਕੋ ਹੀ ਸੀ, ਉਸ ਦੇ ਹੋਰ ਉਤਾਰੇ ਨਾ ਹੋਏ, ਇੱਕ ਪੋਥੀ ਹੀ ਰਹੀ। ਉਸਨੇ ਇੱਕ ਕਬੀਰ ਵੰਸ਼ੀ ਨਾਲ ਮਿਲ ਕੇ ਉਸ ਪੋਥੀ ਨੂੰ ਪੜ੍ਹ ਕੇ ਮਨ ਵਿੱਚ ਇੰਝ ਵਿਚਾਰਿਆ। ਇਹਦੇ ਵਿੱਚ ਹਿੰਦਾਲ ਦਾ ਤਾਂ ਲਿਖਦਾ ਮਿਲਾਵਟ ਕੀਤੀ। ਫਿਰ ਜੇ ਅਸੀਂ ਉਹ ਸਮਾਂ ਦੇਖਦੇ ਕਿ ਗੁਰੂ ਅਮਰਦਾਸ ਜੀ ਪਾਤਸ਼ਾਹ ਦਾ ਸਮਾਂ ਜੋ ਹੈ ਉਹ ਸੰਨ 1534 ਈਸਵੀ ਤੋਂ ਲੈ ਕੇ ਸੰਨ 1581 ਈਸਵੀ ਤੱਕ ਹੈ। ਅਗਰ ਉਸ ਦਾ ਜੋ ਸਿੱਖ ਸੀ ਹਿੰਦਾਲ, ਉਹਦਾ ਪੁੱਤਰ ਕੋਈ ਹੋਵੇਗਾ ਤੇ ਵੱਧ ਤੋਂ ਵੱਧ ਅਗਰ ਉਹ ਉਮਰ 100 ਸਾਲ ਭੋਗ ਕੇ ਇਸ ਸੰਸਾਰ ਤੋਂ ਜਾਵੇ ਤਾਂ 1581 ਤੋਂ ਬਾਅਦ 1681 ਤੱਕ ਮੰਨ ਲਓ ਉਹ ਜਿਉਂਦਾ ਰਿਹਾ। ਉਸ ਤੋਂ ਬਾਅਦ ਤੇ ਉਹ, ਕਿਉਂਕਿ ਇਹਦਾ ਕਵੀ ਦਾ ਜਨਮ ਹੁੰਦਾ 1788 ਨੂੰ, ਫਿਰ ਵੀ 100 ਸਵਾ 100 ਸਾਲ ਪਹਿਲਾਂ ਹੀ
ਹਿੰਦਾਲ ਦਾ ਪੁੱਤਰ ਰਾਹੂ ਵੀ ਇਸ ਦੁਨੀਆ 'ਚ ਨਹੀਂ ਸੀ। ਤੇ ਜੇ ਰਾਹੂ ਨੇ ਇਹ ਸਾਖੀ ਨਸ਼ਟ ਕੀਤੀ ਸੀ ਤਾਂ ਫਿਰ ਇਹ ਕਵੀ ਸੰਤੋਖ ਸਿੰਘ ਕੋਲ ਉਹ ਸਾਖੀ ਕਿੱਥੋਂ ਆ ਗਈ? ਅੱਗੋਂ ਆ ਕੇ ਗੋਲ ਮੋਲ ਕੀ ਕਰ ਰਿਹਾ ਕਿ ਕਬੀਰ ਬਾਂਸੀ ਨਾਂ ਦੇ ਸਿੱਖ ਨਾਲ ਮਿਲ ਕੇ, ਕਿਸ ਨੇ ਮਿਲ ਕੇ? ਰਾਹੂ ਜੇ ਮਿਲਿਆ ਹੁੰਦਾ, ਰਾਹੂ ਦਾ ਤਾਂ ਸਮਾਂ ਕਾਲ 100 ਸਾਲ ਪਹਿਲਾਂ ਦਾ, ਤੇ ਫਿਰ ਤਾਂ ਸੰਤੋਖ ਸਿੰਘ ਕੋਲ ਉਹ ਗ੍ਰੰਥ ਆਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇੱਥੇ ਗੋਲਮਾਲ ਕਰਕੇ ਕੀ ਕਰਦਾ ਹੈ, ਇਹ ਕਬੀਰ ਬਾਂਸੀ ਦਾ ਨਾਮ ਤਾਂ ਲਿਖ ਰਿਹਾ, ਪਰ ਉਹਦੇ ਨਾਲ ਕੌਣ ਮਿਲਿਆ ਸੀ? ਉਹ ਹਿੰਡਾਲ ਦੀ ਵੰਸ਼ ਵਿੱਚੋਂ ਸੀ। ਕਿਹੜਾ ਬੰਦਾ ਮਿਲਿਆ ਸੀ ਉਸ ਦਾ ਜ਼ਿਕਰ ਇਹ ਬਿਲਕੁਲ ਨਹੀਂ ਕਰਦਾ, ਕਿਉਂਕਿ ਜੇ ਉਸ ਦਾ ਜ਼ਿਕਰ ਕਰਦਾ ਤੇ ਕੋਈ ਵੀ ਸਿਆਣਾ ਬੰਦਾ ਖੋਜ ਕਰਕੇ ਲੱਭ ਲੈਂਦਾ, ਉਹਨਾਂ ਦੀ ਵੰਸ਼ਾਵਲੀ ਦੇਖ ਲੈਂਦਾ ਉਸ ਨਾਂ ਦਾ ਬੰਦਾ ਕੋਈ ਹੋਇਆ ਸੀ ਕਿ ਨਹੀਂ, ਕਿਉਂਕਿ ਕਲਪਨਿਕ ਹੈ, ਕਹਾਣੀ ਬਣਾ ਦਿੱਤੀ ਹੈ, ਸੱਚ ਨਹੀਂ ਹੈ, ਇਤਿਹਾਸ ਨਹੀਂ ਹੈ। ਇਤਿਹਾਸ ਹੁੰਦਾ ਤਾਂ ਜ਼ਰੂਰ ਉਸ ਦਾ ਇੱਕ ਹੋਰ ਬੰਦੇ ਦਾ ਨਾਂ ਲਿਖ ਰਿਹਾ, ਕਬੀਰ ਬਾਂਸੀ ਦਾ ਨਾਂ ਲਿਖ ਰਿਹਾ, ਪਰ ਜਿਹੜਾ ਮੇਨ ਦੋਸ਼ੀ ਬੰਦਾ ਸੀ ਜਿਸ ਨੇ ਇਸ ਪੁਸਤਕ ਨੂੰ, ਪੁਰਾਣੀ ਪੁਸਤਕ ਨੂੰ ਨਸ਼ਟ ਕੀਤਾ, ਉਸ ਦਾ ਨਾਂ ਇਹ ਨਹੀਂ ਲਿਖਦਾ। ਕੀ ਲਿਖਦਾ ਹੈ ਕਿ ਉਸ ਬੰਦੇ ਨੇ ਕੀ ਕੀਤਾ, ਉਸ ਨਿੰਦਕ ਨੇ ਹਿਰਦੇ ਵਿੱਚ ਅਜਿਹੀ ਧਾਰੀ ਕਿ ਹਿੰਦਾਲ ਨੂੰ ਆਪਣਾ ਪਿਤਾ ਪਤਾਮਾ ਜਾਣ ਕੇ ਉਸ ਦੀ ਪੂਰਨ ਮਹਿਮਾ ਬਣਾ ਕੇ ਲਿਖੀ ਤਾਂ ਕਿਸ ਨੇ? ਰਾਹੂ ਨੇ। ਅਗਰ ਰਾਹੂ ਨੇ ਨਸ਼ਟ ਕੀਤੀ ਇਹ ਓਰੀਜਨਲ ਪੋਥੀ, ਤਾਂ ਫਿਰ ਸਵਾਲ ਇਹ ਪੈਦਾ ਹੁੰਦਾ ਵੀ ਕਵੀ ਸੰਤੋਖ ਸਿੰਘ ਦੇ ਜੀਵਨ ਤੋਂ ਪਹਿਲਾਂ ਪੋਥੀ ਤਾਂ ਨਸ਼ਟ ਹੋ ਗਈ, ਫਿਰ ਇਸ ਨੇ ਕਿਹੜੇ ਗ੍ਰੰਥ ਤੋਂ ਦੇਖ ਕੇ ਲਿਖ ਲਿਆ? ਜੇ ਇਹ ਕਹਿਣਾ ਚਾਹੁੰਦਾ ਪਿਤਾ ਪਤਾਮਾ ਲਿਖਿਆ ਕਿ ਪਿਤਾ ਪਤਾਮਾ ਦੀ ਉਸਤਤ ਹੋਏਗੀ, ਇੱਥੇ ਗੋਲਮਾਲ ਕਰਤਾ, ਉਹ ਬੰਦੇ ਦਾ ਨਾਂ ਲਿਖਿਆ, ਤੇ ਫਿਰ ਭਾਈ ਜੇ ਇਹ ਕਿਸੇ ਕੋਲੋਂ ਪੋਥੀ ਲੈ ਕੇ ਆਇਆ ਸੀ, ਪੁਰਾਣੀ ਇੱਕੋ ਹੀ ਪੋਥੀ ਸੀ, ਉਹਨੂੰ ਇਹ ਕਵੀ ਸੰਤੋਖ ਸਿੰਘ ਜ਼ਰੂਰ ਲਿਆਇਆ ਹੋਏਗਾ, ਫਿਰ ਉਸ ਨੂੰ ਵਾਪਸ ਵੀ ਕੀਤੀ ਹੋਏਗੀ। ਫਿਰ ਇਹਨੂੰ ਇਹ ਸਭ ਪਤਾ ਕਿ ਉਸ ਪੋਥੀ ਦੇ ਕੱਲਾ ਕੱਲਾ ਪੱਤਰਾ ਪਾੜ ਕੇ ਉਸ ਨੂੰ ਬਿਆਸ ਦਰਿਆ ਵਿੱਚ ਰੋੜ ਦਿੱਤਾ ਗਿਆ ਸੀ। ਵੀ ਆਖਰਕਾਰ ਜੇ ਐਡਾ ਵੱਡਾ ਕੰਮ, ਇਹਨੂੰ ਸਭ ਕੁਝ ਪਤਾ, ਪਰ ਇਹ ਦੱਸ ਹੀ ਨਹੀਂ ਰਿਹਾ ਵੀ ਉਹ ਬੰਦਾ ਕੌਣ ਸੀ। ਬੰਦੇ ਦਾ ਨਾਂ ਦੱਸਣਾ ਚਾਹੀਦਾ ਨਾ, ਵੀ ਇਹ ਫਲਾਨਾ ਬੰਦਾ ਸੀ, ਕੁਛ ਨਾਂ ਨਹੀਂ ਦੱਸਿਆ, ਸਭ ਗੋਲਮਾਲ ਹੈ। ਤੇ ਕੀ ਲਿਖ ਰਿਹਾ, ਉਸ ਨਿੰਦਕ ਨੇ ਹਿਰਦੇ ਵਿੱਚ ਅਜਿਹੀ ਧਾਰੀ ਕਿ ਹਿੰਦਾਲ ਨੂੰ ਆਪਣਾ ਪਿਤਾ ਪਤਾਮਾ ਜਾਣ ਕੇ ਉਸ ਦੀ ਪੂਰਨ ਮਹਿਮਾ ਬਣਾ ਕੇ ਲਿਖੀ। ਉਸਨੇ ਸੋਚਿਆ ਕਿ ਗੁਰੂ ਦੇ ਬਹੁਤ ਸਿੱਖ ਹੋਣਗੇ ਜਿਹੜੇ ਮਨ ਲਾ ਕੇ ਸਾਡੀ ਸੇਵਾ ਕਰਨਗੇ, ਸਾਨੂੰ ਬਹੁਤ ਮਨੁੱਖ ਮੰਨਣਗੇ। ਹਿਰਦੇ ਵਿੱਚ ਇਹ ਧਾਰ ਕੇ ਬਹੁਤ ਵਡਿਆਈ ਲਿਖੀ। ਜਿਹੜੀ ਪਹਿਲੀ ਪੋਥੀ ਸੀ ਉਸ ਨੂੰ ਦਰਿਆ ਬਿਆਸ ਵਿੱਚ ਡੋਬ ਦਿੱਤਾ। ਮੰਨ ਲਓ ਕਵੀ ਸੰਤੋਖ ਸਿੰਘ ਨੂੰ ਇੱਕ ਇੱਕ ਸ਼ਬਦ ਪਤਾ, ਇਹ ਵੀ ਪਤਾ ਕਿ ਉਹ ਕੀ ਸੋਚ ਰਹੇ ਸਨ, ਫਿਰ ਉਹਦਾ ਨਾਂ ਨਹੀਂ ਲਿਖਿਆ। ਜੇ ਤਾਂ ਰਾਹੂ ਹੈ, ਰਾਹੂ ਤਾਂ ਇਹਦੇ ਆਉਣ ਤੋਂ ਪਹਿਲਾਂ ਮਰ ਗਿਆ, ਫਿਰ ਇਹਦੇ ਕੋਲ ਪੋਥੀ ਆਉਣ ਦਾ ਸਵਾਲ ਪੈਦਾ ਨਹੀਂ ਹੁੰਦਾ। ਜਿਹੜੀ ਪੋਥੀ ਨੂੰ ਆਧਾਰ ਬਣਾ ਕੇ ਇਸ ਨੇ ਲਿਖਿਆ, ਤਾਂ ਜੇ ਕਹਿੰਦਾ ਨਹੀਂ ਰਾਹੂ ਨੇ ਉਹਦੀ ਵੰਸ਼ ਵਿੱਚੋਂ ਬਾਅਦ ਵਿੱਚ ਕੋਈ ਹੋਇਆ, ਤੇ ਭਾਈ ਜੇ ਤੈਨੂੰ ਇਹ ਪਤਾ ਬਰਕਾ ਪਾੜ ਕੇ ਸੁੱਟ ਦਿੱਤਾ, ਇਹ ਵੀ ਪਤਾ ਦਰਿਆ ਬਿਆਸ ਵਿੱਚ ਸੁੱਟਿਆ, ਤੇ ਭਾਈ ਫਿਰ ਉਹਦਾ ਨਾਂ ਕਿੱਥੇ ਆ? ਅੱਗੇ ਲਿਖਿਆ ਹੈ, ਵਰਕੇ ਪਾੜ ਕੇ ਦਰਿਆ ਵਿੱਚ ਰੋੜ ਦਿੱਤਾ, ਜੋ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਲਿਖਵਾਈ ਸੀ। ਆਪਣੇ ਮਨੋਰਥ ਨੂੰ ਸਮਝ ਕੇ ਉਸ ਪੋਥੀ ਵਿੱਚ ਸਾਰੀ ਆਪਣੀ ਵਡਿਆਈ ਲਿਖ ਦਿੱਤੀ। ਜੋ ਬਨਾਵਟੀ ਭਾਵ ਜਾਲੀ ਪੋਥੀ ਲਿਖੀ ਸੀ, ਉਸ ਨੂੰ ਸਰੋਤੇ ਮਨ ਲਾ ਕੇ ਸੁਣਦੇ ਸਨ। ਉਸ ਤੋਂ ਹੀ ਹੋਰ ਪੋਥੀਆਂ ਤਿਆਰ ਕੀਤੀਆਂ ਜਿਹੜੀ ਪਖੰਡੀ ਨੇ ਬਣਾਈ ਸੀ। ਹੁਣ ਇਹ ਉਸ ਸਵਾਲ ਦਾ ਉੱਤਰ ਦੇ ਰਿਹਾ। ਪਹਿਲਾਂ ਇਹ ਨੋਟ ਕਰ ਲਓ, ਇਹ ਡਾਕਟਰ ਅਜੀਤ ਸਿੰਘ ਔਲਖ ਦੇ ਲਿਖੇ ਹੋਏ ਗ੍ਰੰਥ ਜੋ ਪਹਿਲਾ ਭਾਗ ਹੈ, 11 ਭਾਗਾਂ ਵਿੱਚੋਂ ਪਹਿਲੇ ਭਾਗ ਦੇ ਪੰਨਾ ਨੰਬਰ 416 ਤੋਂ ਲੈ ਕੇ ਤੇ 420 ਪੰਨੇ ਤੱਕ, ਇਹ ਜੋ ਮੈਂ ਪੜ੍ਹ ਕੇ ਤੁਹਾਨੂੰ ਸੁਣਾਇਆ ਇਸ ਗ੍ਰੰਥ ਵਿੱਚੋਂ ਹੈ। ਸਾਰਾ ਕਨਫਿਊਜ਼ ਕਰਨ ਵਾਲੀ ਲਿਖਤ ਹੈ।
कुछ आधार अपने ग्रंथ का आधार लिखण लग्गियां आपे ही सवाल करदा कवि संतोख सिंह, आपे ही उसका उत्तर दिंदा। कहता रहा भी संगतां ने सवाल किया भी अलग अलग इतिहास क्यों है, उसनूं सिद्ध करन लई ये कह रहा ये भी भाई अलग अलग इतिहास होने का कारण यह है कि नकली पोथी जो हिंडाल दे पुत्र राहू ने लिखवाई सी, अगों उन्हां दे वंश वालियां ने पुरानी पोथी नूं पाड़ के सुट दिता। किसने सुटिया उसका नाम नहीं लिखिया। हाँ, एक XYZ होर बंदे का नाम लिख दिया, कबीर बंसी, ਉਹਦਾ ਨਾਂ लिख दिता, पर हिंदाल का जिहड़ा मेन बंदा सी ਉਹਦਾ ਨਾਂ नहीं लिखिया, क्योंकि ना कोई पोथी सी ना किसी ने पाड़ी। क्योंकि अज एक बाले वाली जन्म साखी साडे कोल प्रचलित चल रही है सिख समाज विच, वो मेरे कोल है। क्योंकि मैं ये सारी छाणबीन कर रहा सी कि जो कवि संतोख सिंह ने लिखिया इसका आधार की है। वो छाणबीन करदे नूं मैनू जदों मैं ये देखिया, क्योंकि ये विसाखी आउंदी है जो जनेऊ पाउण वाली, तो जनेऊ पाउण वाली साखी विच आपां सारे पढ़े लिखे जानते हैं, गुरबाणी पढ़ते हैं, आसा दी वार सारे पढ़ते हैं। उहदे विच जनेऊ दा खंडन गुरु नानक पातशाह ने कीता होया, पर कवि संतोख सिंह ने गुरु नानक पातशाह दे गल विच जनेऊ पवा दिता। पंडितां ने गल्लां करदियां करदियां ने गुरु नानक पातशाह दे गल 'च जनेऊ पा दिता। मैं उहदी सार्थकता नूं चैक करन लई, उहदी सच्चाई नूं चैक करन लई वाले वाली जन्म साखी कड्ढी। वाले वाली जन्म साखी कड्ढी, उहदे विच जनेऊ नहीं पाया किते। फिर मैनू मेरे मन 'च सवाल पैदा होया भी इन्हें कित्थों लिखिया। फिर मैं सारे ग्रंथ पढ़े, पता लगा भी ये कहिंदा भी वो पोथी दा असली है नहीं। हुण सीधी पद्धरी गल इस कवि ने स्पष्ट कर दिता कि मेरा ग्रंथ जो लिखिया होया ये सच्चा है, ये तुसी मन लवो। इसनूं ਲੱਭਣ ਦੀ कोशिश नहीं करनी भी किहड़े ग्रंथ तो देख के मैंने लिखिया। वो ग्रंथ अज दुनिया 'च नहीं है। भाव जो मैं लिख दिता वो सच्चो ही सच है, इसनूं मन लवो, तुसी खोज नहीं कर सकते। असली गल की है कि इस लिखारी ने सिक्खी दे हर पहलू नूं नष्ट कीता है, खत्म कीता है। यही इसका उद्देश सी। और गल होर है, ये ना सिख वाला स्वरूप भी सिख वाला होवेगा। मैनू दो शंके मेरे हैं। एक तो ये सिक्खी 'च कोई विश्वास नहीं सी। मान लो सिक्खी 'च विश्वास सी तां फिर इहदी कोई मजबूरी सी कि ये दिमाग पक्षों चंगा सी, समझ पक्षों चंगा सी, सिक्खी स्वरूप विच सी। विरोधियां ने इहदे कोलों इहदी किसी मजबूरी का फायदा उठाउंदे होए ये ग्रंथ लिखवाया। क्योंकि इस ग्रंथ दे विच ये देवी की उस्तत बहुत करदा है, बहुत करदा है। फिर नाल गुरु साहब की उस्तत, फिर अगले पन्ने ते गुरु साहब की उस्तत शुरू कर दिंदा, 10 गुरुआं की उस्तत शुरू कर दिंदा। फिर उहदे विच सारी मनमत नूं इस तरह वाड़दा है कि गुरबाणी दे शब्दां दे अर्थ अनर्थ करके ये अपनी सारी मनमत नूं गुरमत सिद्ध करदा है। भई मैं एक होर बेनती कर देवां, मैनू बड़ा चंगा लगदा है, मेरे जिहड़े स्रोते ने कई बारी मैनू ये सवाल करते हैं कि जिहड़ा तुसीं बोलिया ए ग्रंथ दे किहड़े पन्ने ते लिखिया होया। कई बार आउंदा है कि इहदा सानू स्क्रीनशॉट भेजो। मतलब उन्होंने मैनू बड़ी खुशी हुंदी भी घट्टो घट्ट वो ध्यान नाल बड़े डूंघाई विच जाके सच नूं जानना चाहुंदे आ। ते मैं उन्हां दा इस ग्रंथ के स्क्रीनशॉट उन्होंने भेज देना कि आ देखो जी ए पन्ना नंबर ए ते लिखिया, उत्थों मैं पढ़ के तुहानूं सुना रहा। तो मैनू मेरे मन में ख्याल आता है कि जे साडे जिहड़े पाठक ने सुनने वाले ने जे इन्ने मतलब सियाणे आ कि जे थोड़ी जी होर सियाणप वरतन भी उन्हां वीरां नूं ये गल पुछण जिहड़े वीर सूरज प्रकाश ग्रंथ दे हमैती हैं कि ये बहुत चंगा।
ਉਹਨਾਂ ਨੂੰ ਇਹ ਪੁੱਛਣ ਕਿ ਕਵੀ ਸੰਤੋਖ ਸਿੰਘ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਵਿੱਚ 350 ਸਾਲ ਬਾਅਦ ਇਹ ਗ੍ਰੰਥ ਲਿਖਿਆ। ਹੋਰ ਗੁਰੂ ਸਾਹਿਬਾਨਾਂ ਦੇ ਕਿਸੇ ਦੇ 200 ਸਾਲ ਬਾਅਦ, ਕਿਸੇ ਦੇ 250 ਸਾਲ ਬਾਅਦ। ਤੇ ਇਹ ਨੋਟ ਕਰ ਲਓ, ਇਸ ਲਿਖਾਰੀ ਦਾ ਜੋ ਜਨਮ ਹੈ 1788 ਦਾ ਹੈ, ਇਹਦੀ ਜਿਹੜੀ ਮ੍ਰਿਤੂ ਹੈ ਉਹ 1843 ਦੀ ਹੈ। ਤੇ ਇਹ ਤੁਸੀਂ ਦੇਖ ਲਓ ਵੀ ਜਿਹੜਾ ਸਾਰਾ ਗੁਰੂ ਪਾਤਸ਼ਾਹ ਦਾ ਇਤਿਹਾਸ ਉਦੋਂ ਇਹਦੇ ਜਨਮ ਹੋਣ ਤੋਂ ਪਹਿਲਾਂ ਹੀ ਉਹ ਵਾਪਰ ਚੁੱਕਾ ਸੀ। ਇਹ ਕਿਸੇ ਚੀਜ਼ ਦਾ ਵੀ ਕੋਈ ਆਧਾਰ ਨਹੀਂ ਦੱਸਦਾ ਵੀ ਕਿਹੜੇ ਗ੍ਰੰਥ ਤੋਂ ਦੇਖ ਕੇ ਇਸਨੇ ਲਿਖਿਆ। ਹਵਾਈ ਗੱਲਾਂ ਕਰਦਾ। ਮੈਂ ਉਹ ਬੇਨਤੀ ਜਿਹੜੀ ਕਰਨ ਲੱਗਾ ਸੀ ਉਹ ਇਹ ਹੈ ਕਿ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਉਹਨਾਂ ਵੀਰਾਂ ਤੋਂ ਇਹ ਸਵਾਲ ਜ਼ਰੂਰ ਪੁੱਛੋ ਜਿਹੜੇ ਕਹਿੰਦੇ ਨੇ ਕਿ ਇਹ ਗ੍ਰੰਥ ਸਹੀ ਹੈ। ਉਹਨਾਂ ਨੂੰ ਇਹ ਪੁੱਛੋ ਵੀ ਇਹ ਬੰਦਾ ਤੇ ਉਦੋਂ ਹੈ ਨਹੀਂ ਸੀ, ਇਸਨੇ ਇਹ ਇਤਿਹਾਸ ਲਿਖਿਆ ਤੇ ਇਤਿਹਾਸ ਦੀਆਂ ਕਿਹੜੀਆਂ ਕਿਤਾਬਾਂ ਦੇ ਆਧਾਰ ਤੇ ਇਹ ਇਤਿਹਾਸ ਲਿਖਿਆ, ਉਹਨਾਂ ਦਾ ਪੰਨਾ ਨੰਬਰ ਇਹਨਾਂ ਤੋਂ ਮੰਗੋ, ਉਹਨਾਂ ਦੀਆਂ ਜੋ ਹੈ ਸਕਰੀਨਸ਼ਾਟ ਮੰਗੋ ਤਾਂ ਪਤਾ ਲੱਗੇ। ਕਿਉਂਕਿ ਸਾਡੇ ਵਿਦਵਾਨ ਕਹਿੰਦੇ ਨਹੀਂ ਜੀ ਇਹ ਬਾਅਦ 'ਚ ਮਿਲਾਵਟ ਹੋਈ, ਜੀ ਐਂ ਹੋਇਆ, ਮਤਲਬ ਆਮ ਬੰਦਾ ਗ੍ਰੰਥ ਪੜ੍ਹਦਾ ਨਹੀਂ, ਉਹਨਾਂ ਨੂੰ ਝੂਠਾ ਮੂਠਾ ਸੈਟੀਸਫਾਈ ਕਰਕੇ ਚਲੇ ਜਾਂਦੇ ਨੇ। ਤਾਂ ਗੱਲ ਉੱਥੇ ਦੀ ਉੱਥੇ ਰਹਿੰਦੀ ਹੈ, ਕੁਛ ਫਾਇਦਾ ਨਹੀਂ ਹੁੰਦਾ। ਇਸ ਤਰ੍ਹਾਂ ਕਰਕੇ ਇਹ ਅੱਜ ਦੀ ਵਿਚਾਰ ਆਪਾਂ ਇੰਨੀ ਕਰਦੇ ਹਾਂ, ਇੱਥੇ ਸਮਾਪਤ ਕਰਦੇ ਹਾਂ। ਇਹ ਖੋਜ ਕਰਨ ਦੀ ਲੋੜ ਕਿਉਂ ਪਈ? ਕਿਉਂਕਿ ਜਦੋਂ ਤੱਕ ਇਹ ਗ੍ਰੰਥ ਸਿੱਖ ਧਰਮ ਵਿੱਚ ਹੈ, ਗੁਰਬਾਣੀ ਦਾ ਚਾਨਣ ਇਸ ਸੰਸਾਰ 'ਤੇ ਨਹੀਂ ਹੋ ਸਕਦਾ। ਅਸੀਂ ਸਿੱਖੀ 'ਚ ਪਰਪੱਕ ਨਹੀਂ ਹੋ ਸਕਦੇ। ਇਹ ਮੇਰਾ ਪੂਰਾ ਵਿਸ਼ਵਾਸ ਹੈ, ਕਿਉਂਕਿ ਮੈਂ ਪਿਛਲੇ 30-35 ਸਾਲ ਤੋਂ ਇਹੀ ਖੋਜ ਕਰ ਰਿਹਾ ਸੀ ਕਿ ਇਤਨੀ ਮਿਹਨਤ ਸਿੱਖ ਕੌਮ ਕਰ ਰਹੀ ਹੈ ਹਰ ਫੀਲਡ ਦੇ ਵਿੱਚ, ਹਰ ਮੈਦਾਨ ਦੇ ਵਿੱਚ, ਪਰ ਸਫਲਤਾ ਹੱਥ ਕੋਈ ਨਹੀਂ। ਸਗੋਂ ਹਰ ਵਾਰ ਅਸੀਂ ਪਿਛਾਂ ਨੂੰ ਜਾ ਰਹੇ ਹਾਂ, ਸਾਡਾ ਨੁਕਸਾਨ ਹੋ ਰਿਹਾ। ਅਸੀਂ ਧੜੇਬੰਦੀਆਂ ਜਥੇਬੰਦੀਆਂ ਵਿੱਚ ਵੰਡੇ ਹੋਏ ਹਾਂ। ਅਤੇ ਕੀ ਕਾਰਨ ਹੈ? ਅਤੇ ਸਾਡੇ ਗੁਰਦੁਆਰਿਆਂ ਵਿੱਚ ਕੋਈ ਇੱਕ ਡਿਸਿਪਲਨ ਨਹੀਂ, ਇੱਕ ਮਰਜ਼ਾਦਾ ਨਹੀਂ। ਕੋਈ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਕੋਈ ਵੀ ਕੰਮ ਨਹੀਂ ਹੋ ਰਿਹਾ। ਉਹਦਾ ਕਾਰਨ ਕੀ? ਜਦੋਂ ਖੋਜਿਆ ਪਤਾ ਲੱਗਿਆ ਉਹਦਾ ਕਾਰਨ ਇਹ ਗ੍ਰੰਥ ਔਰ ਇਸ ਗ੍ਰੰਥ ਦੀ ਨਿਤਾ ਪ੍ਰਤੀ ਕਥਾ ਇਹੀ ਇਹਦਾ ਕਾਰਨ ਹੈ। ਕਿਉਂਕਿ ਸਾਡੇ ਸਾਰੇ ਜਿੰਨੇ ਵਿਦਵਾਨ ਕਥਾਵਾਚਕ ਇਸ ਗ੍ਰੰਥ ਨੂੰ ਆਧਾਰ ਬਣਾ ਕੇ ਸਾਰਾ ਜੋ ਹੈ ਪ੍ਰਚਾਰ ਦਾ ਕੰਮ ਕਰਦੇ ਹਨ। ਅਤੇ ਇਹ ਖੋਜ ਇਵੇਂ ਜਾਰੀ ਰਹੇਗੀ। ਇਹ ਬੇਨਤੀ ਵਾਰ-ਵਾਰ ਕਰਦੇ ਹਾਂ, ਇਤਿਹਾਸ ਦੀ ਖੋਜ ਕਰ ਰਹੇ ਹਾਂ। ਕੋਈ ਗਲਤੀ ਹੋਵੇ ਤਾਂ ਮਾਫੀ ਚਾਹੁੰਦਾ ਹਾਂ। ਕਿਸੇ ਕੋ ਹੋਰ ਗਿਆਨ ਭਰਪੂਰ ਗੱਲ ਹੋਵੇ ਉਹ ਆਪਣੀ ਵੀਡੀਓ ਬਣਾ ਕੇ ਜ਼ਰੂਰ ਪਾਵੇ, ਤਾਂ ਕਿ ਅਸੀਂ ਉਸ ਦੀ ਪੜਚੋਲ ਕਰਕੇ ਅਗਰ ਅਸੀਂ ਗਲਤ ਹਾਂ ਉਸ ਨੂੰ ਠੀਕ ਕਰ ਲਾਂਗੇ, ਅਗਰ ਅਸੀਂ ਠੀਕ ਹਾਂ ਤਾਂ ਅਸੀਂ ਫਿਰ ਉਸ ਬੰਦੇ ਨੂੰ ਅੱਗੋਂ ਜਵਾਬ ਦੇ ਸਕਦੇ ਹਾਂ। ਖੋਜ ਕਰਨ ਦਾ ਇਹੀ ਤਰੀਕਾ ਹੈ ਕਿ ਆਪਣੇ ਵਿਚਾਰ ਪ੍ਰਗਟ ਕਰਨੇ। ਸੋ ਅੱਜ ਦੀ ਵੀਡੀਓ ਇੱਥੇ ਕਲੋਜ਼ ਕਰਦੇ ਹਾਂ। ਅਤੇ ਉਹੀ ਵਾਰ-ਵਾਰ ਬੇਨਤੀ, ਜੇ ਇਹ ਉਦਮ ਚੰਗਾ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।